Hello everyone, welcome to Man Ma'am classes. I am your teacher Pooja Man here. I hope you all are doing good, fit and fine. हंसते खेलते मुस्कुराते तुसी क्लास अटेंड कर रहे होगे. So we are doing ICSE Board English Reader Class 5 Focus Vibrant English Reader 5. Lesson number 2. I can't remember. ਮੈਨੂੰ याद नहीं रहता. एक कविता है, पोएम है. ਜਦੋਂ ਤੁਸੀਂ ਪੂਰੀ ਪੋਇਮ ਪੜੋਗੇ ਤੇ ਦੇਖੋਗੇ ਇੱਕ ਬਜ਼ੁਰਗ ਆਦਮੀ ਹੈ ਜਿਹਨੂੰ ਕਿ ਭੁੱਲਣ ਦੀ ਬਿਮਾਰੀ ਹੋ ਗਈ ਹੈ. ਉਹਨੂੰ ਹੋਰ ਵੀ ਬਾਡੀ 'ਚ ਦਿੱਕਤ ਹੈਗੀ ਹੈ, ਜਿੱਦਾਂ ਉਹਨੂੰ ਆਰਥਰਾਈਟਿਸ ਹੈ, ਹੱਡੀਆਂ ਦਰਦ ਕਰਦੀਆਂ ਨੇ, ਉਹਦੀ ਨਿਗਾਹ ਘਟ ਰਹੀ ਹੈ. ਪਰ ਇਹ ਸਾਰੀ ਚੀਜ਼ਾਂ ਤੋਂ ਇਲਾਵਾ ਉਹਨੂੰ ਜਿਹੜੀ ਜ਼ਿਆਦਾ ਚੀਜ਼ ਜੋ ਟਰਬਲ ਕਰਦੀ ਹੋਏ ਕਿ ਉਹਦੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ. ਉਹ ਪੌੜੀਆਂ ਤੇ ਜਾਂਦਾ ਹੈ, ਉਹ ਭੁੱਲ ਜਾਂਦਾ ਹੈ ਕਿ ਮੈਂ ਉੱਪਰ ਚੜਨਾ ਸੀ ਜਾਂ ਮੈਂ ਉੱਪਰੋਂ ਨੀਚੇ ਆਇਆ ਹਾਂ. ਉਹ ਫ੍ਰਿਜ ਖੋਲਦਾ ਹੈ, ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੋਈ ਸਮਾਨ ਰੱਖਣਾ ਸੀ ਜਾਂ ਮੈਂ ਕੋਈ ਸਮਾਨ ਲੈਣ ਆਇਆ. ਉਹ ਚਿੱਠੀ ਲਿਖਦਾ ਹੈ, ਲਿਖ ਕੇ ਉਹਨੇ ਜਦ ਪੋਸਟ ਕਰਨੀ ਹੁੰਦੀ ਹੈ ਉਹਨੂੰ ਲੱਗਦਾ ਹੈ ਕਿ ਨਹੀਂ ਇਹ ਚਿੱਠੀ ਮੈਂ ਪੋਸਟ ਨਹੀਂ ਕਰਨੀ, ਇਹ ਮੈਨੂੰ ਆਈ ਹੈ, ਤਾਂ ਆਪਣੀ ਹੀ ਚਿੱਠੀ ਖੁਦ ਹੀ ਪੜਨ ਲੱਗ ਜਾਂਦਾ ਹੈ. ਮਤਲਬ ਇਹਦੇ 'ਚ ਇੱਕ ਬਜ਼ੁਰਗ ਦੀ ਇੱਕ ਜੈਨੂਇਨ ਪ੍ਰੋਬਲਮ ਦੱਸੀ ਹੋਈ ਹੈ. ਜਦੋਂ ਤੁਸੀਂ ਇਹ ਸਾਰੀ ਪ੍ਰੋਬਲਮ ਪੜ੍ਹਦੇ ਹੋ, ਤੁਸੀਂ ਆਪਣੇ ਘਰ ਦੇ ਬਜ਼ੁਰਗ ਦੇਖਦੇ ਹੋ ਤਾਂ ਤੁਹਾਨੂੰ ਇਹ ਫੀਲ ਹੋਏਗਾ ਕਿ ਹਾਂ ਉਹਨਾਂ ਨਾਲ ਵੀ ਇਹੋ ਜਿਹੀ ਕੁਝ ਪ੍ਰੋਬਲਮਸ ਹੋ ਰਹੀਆਂ ਨੇ. ਇਹਦਾ ਮਤਲਬ ਕਿ ਤੁਹਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ. ਅਗਰ ਕੁਝ ਭੁੱਲ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਯਾਦ ਕਰਾਓ ਕਿ ਨਹੀਂ ਇਹ ਤੁਸੀਂ ਇੱਦਾਂ ਨਹੀਂ ਕਰ ਰਹੇ ਸੀ, ਇੱਦਾਂ ਕਰ ਰਹੇ ਸੀਗੇ, ਤੁਸੀਂ ਆ ਨਹੀਂ ਰਹੇ ਸੀ, ਤੁਸੀਂ ਜਾ ਰਹੇ ਸੀ, ਤੁਸੀਂ ਖਾਣਾ ਵਗੈਰਾ ਰੱਖਣ ਨਹੀਂ ਜਾ ਰਹੇ ਹੋ, ਤੁਸੀਂ ਖਾਣਾ ਲੈਣ ਜਾ ਰਹੇ ਹੋ, ਜਾਂ ਜੋ ਵੀ ਠੀਕ ਹੈ ਨਾ, ਉਹ ਮਤਲਬ ਤੁਸੀਂ ਮਦਦ ਕਰਨੀ ਉਹਨਾਂ ਦੀ. ਫਿਰ ਆਪਾਂ ਪੜ੍ਹਦੇ ਹਾਂ ਪੋਮ. ਸੋ ਫਸਟ ਲਾਈਨ ਹੈ ਜਸਟ ਅ ਲਾਈਨ ਟੂ ਸੇ ਆਈ ਐਮ ਲਿਵਿੰਗ. ਬਸ ਮੇਰਾ ਇੰਨਾ ਕਹਿਣਾ ਹੈ ਕਿ ਮੈਂ ਜਿੰਦਾ ਹਾਂ. ਆਈ ਐਮ ਨਾਟ ਅਮੰਗ ਦ ਡੈਡ. ਮੈਂ ਮਰਿਆਂ ਵਿੱਚ ਨਹੀਂ ਹਾਂ. ਮੇਰੀ ਗਿਣਤੀ ਅਜੇ ਵੀ ਜਿੰਦਾ ਲੋਕਾਂ ਵਿੱਚ ਹੁੰਦੀ ਹੈ. Though I am getting more forgetful and mixed up my head. ਪਰ ਮੈਂ ਹੋਰ ਭੁੱਲਣ ਲੱਗ ਪਿਆ ਹਾਂ ਤੇ ਮੇਰਾ ਦਿਮਾਗ ਘੁੰਮ ਜਾਂਦਾ ਹੈ. ਫੋਰਗੇਟਫੁਲ ਹੋਣਾ ਮਤਲਬ ਭੁੱਲ ਜਾਣਾ. ਕੋਈ ਕੰਮ ਕਰਦੇ ਕਰਦੇ ਅਚਾਨਕ ਭੁੱਲ ਜਾਣਾ ਕਿ ਕੀ ਹੋ ਗਿਆ, ਕਿ ਮੈਂ ਕੀ ਕਰ ਰਿਹਾ ਸੀ. ਦਿਮਾਗ ਮੇਰਾ ਘੁੰਮ ਜਾਂਦਾ ਹੈ ਕਿਉਂਕਿ ਇਹੀ ਚੀਜ਼ 'ਚ ਕਨਫਿਊਜ਼ ਹੋ ਜਾਂਦਾ ਹੈ ਦਿਮਾਗ ਕਿ ਮੈਂ ਮਤਲਬ ਆ ਰਿਹਾ ਜਾਂ ਜਾ ਰਿਹਾ. ਮਤਲਬ ਦਿਮਾਗ ਦਾ ਕਨਫਿਊਜ਼ ਹੋਣਾ, ਮਿਕਸਡ ਅਪ ਇਨ ਮਾਈ ਹੈਡ, ਕਿ ਮੇਰਾ ਦਿਮਾਗ ਕਨਫਿਊਜ਼ ਹੋ ਰਿਹਾ ਹੈ. ਇਹਦੇ 'ਚ ਬਜ਼ੁਰਗ ਆਦਮੀ ਦਿਖਾਇਆ ਹੋਇਆ ਹੈ ਬਿਲਕੁਲ ਕਨਫਿਊਜ਼ਡ. ਨੈਕਸਟ ਹੈ ਆਈ ਗॉट ਯੂਜ਼ਡ ਟੂ ਮਾਈ ਆਰਥਰਾਈਟਿਸ. ਆਰਥਰਾਈਟਿਸ ਕੀ ਹੁੰਦਾ ਹੈ ਕਿ ਜਦੋਂ ਜਿਹੜੇ ਆਪਣੀ ਬੋਡੀ ਦੇ ਜੋੜ ਹੁੰਦੇ ਆ ਨਾ, ਹੱਡੀਆਂ ਹੁੰਦੀਆਂ ਨੇ, ਉਹਨਾਂ 'ਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ. ਖਾਸ ਕਰਕੇ ਜੋ ਆਪਣੇ ਹੱਥ ਹੁੰਦੇ ਆ, ਉਹਦੇ ਵਿੱਚ ਕੀ ਹੱਥ ਹੁੰਦੇ ਆ, ਪੈਰ ਹੁੰਦੇ ਆ, ਗੋਡੇ ਹੁੰਦੇ, ਇਹਨਾਂ 'ਚ ਕੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ. ਇਸ ਚੀਜ਼ ਨੂੰ ਕਹਿੰਦੇ ਹੱਡੀਆਂ ਦਾ ਕਮਜ਼ੋਰ ਹੋਣਾ ਆ, ਜੁਆਇੰਟਸ ਦਾ पेनफुल हो जाना. I got used to my arthritis. मतलब मेरे joints से वो पेन करते पे हैं. To my dentures I am resigned. क्योंकि ਜਦੋਂ ਤੁਸੀਂ ਖਾਣਾ ਚਬਾ ਕੇ ਨਹੀਂ ਖਾ ਸਕਦੇ, ਤੁਹਾਡੇ ਦੰਦ ਨਹੀਂ ਹੈਗੇ. ਬਜ਼ੁਰਗ ਅਵਸਥਾ 'ਚ ਕੀ ਹੁੰਦਾ ਹੈ ਕਿ ਦੰਦ ਜਿਹੜੇ ਆਪਣੇ ਹੈਗੇ ਉਹ ਟੁੱਟ ਜਾਂਦੇ ਆ ਤੇ ਉਹ ਖਾਣਾ ਖਾਣ ਵਗੈਰਾ ਤੋਂ ਬੇਜ਼ਾਰ ਹੋ ਜਾਂਦੇ ਆ. ਮਤਲਬ ਕਿ ਇਸ ਵੇਲੇ ਕੀ ਹੈ, ਉਹ ਬੇਜ਼ਾਰ ਹੋਇਆ ਪਿਆ ਹੈ. I can manage my bifocals. ਮੈਂ ਜੋ ਆਪਣੀ ਨਜ਼ਰ ਦੀ ਕਮਜ਼ੋਰੀ ਹੈ ਉਹਨੂੰ ਮੈਂ ਐਨਕ ਨਾਲ ਮੈਨੇਜ ਕਰ ਲੈਣਾ, ਸਪੈਕਸ ਨਾਲ. ਦੇਖੋ ਜਦੋਂ ਕਿਸੇ ਦੀ ਜਦੋਂ ਨਜ਼ਰ ਕਮਜ਼ੋਰ ਹੋਵੇ, ਦੂਰ ਦੀ ਚੀਜ਼ ਧੁੰਦਲੀ ਦਿਖਦੀ ਹੋਵੇ, ਉਹ ਜਦੋਂ ਐਨਕ 'ਚ ਦੇਖਦਾ ਉਹਨੂੰ ਸਹੀ ਦਿਖਣ ਲੱਗ ਜਾਂਦਾ ਹੈ. ਮਤਲਬ ਬਜ਼ੁਰਗ ਵੀ ਕੀ ਕਰ ਰਿਹਾ ਕਿ ਮੈਨੂੰ ਨਜ਼ਰ ਦੀ ਕਮਜ਼ੋਰੀ ਹੈ ਪਰ ਚਲੋ ਮੈਂ ਉਹ ਵੀ ਮੈਨੇਜ ਕਰ ਲੈਣਾ ਐਨਕ ਲਗਾ ਕੇ. ਮਤਲਬ ਕਿ ਉਹ ਆਪਣੀ ਹੱਡੀਆਂ ਜਿਹੜੀਆਂ ਦੁਖਦੀਆਂ ਨੇ ਉਹ ਵੀ ਮੈਨੇਜ ਕਰ ਸਕਦਾ ਹੈ. ਦੰਦ ਨਹੀਂ ਹੈਗੇ, ਨਕਲੀ ਦੰਦਾਂ ਨਾਲ ਮੈਨੇਜ ਕਰ ਸਕਦਾ ਹੈ ਤੇ ਉਹ ਆਪਣੀ ਨਜ਼ਰ ਦੀ ਕਮਜ਼ੋਰੀ ਐਨਕ ਨਾਲ ਵੀ ਮੈਨੇਜ ਕਰ ਸਕਦਾ ਹੈ. ਬਟ ਗॉड ਆਈ ਮਿਸ ਮਾਈ ਮਾਈਂਡ. ਪਰ ਹੇ ਭਗਵਾਨ, ਮੈਂ ਆਪਣਾ ਜੋ ਤੇਜ਼ ਦਿਮਾਗ ਹੋਏਗਾ ਉਹਦਾ ਉਹ ਮਿਸ ਕਰਦਾ ਕਿ ਮੈਨੂੰ ਮੇਰੀ ਯਾਦਾਸ਼ਤ ਜਾ ਰਹੀ ਹੈ, ਉਹਨੂੰ ਉਹ ਚੀਜ਼ ਬਹੁਤ ਖਲਦੀ ਹੈ. For sometimes I can't remember when I stand at the foot of the stairs. ਮੈਂ ਕਈ ਵਾਰ ਮੈਨੂੰ ਯਾਦ ਹੀ ਨਹੀਂ ਰਹਿੰਦਾ ਜਦੋਂ ਮੈਂ ਪੌੜੀਆਂ ਦੇ ਉੱਤੇ ਖੜਾ ਹੁੰਨਾ ਹੈ. ਮੰਨ ਲਓ ਕਿ ਬਜ਼ੁਰਗੇ ਪੌੜੀਆਂ ਤੇ ਗਿਆ, ਉਹ ਕੀ ਭੁੱਲ ਜਾਂਦਾ ਕਿ ਮੈਂ ਇੱਥੇ ਆਇਆ ਕਿਉਂ ਸੀਗਾ. ਇਹ ਦੇਖੋ ਜਿੱਦਾਂ ਬਜ਼ੁਰਗੇ ਪੌੜੀਆਂ ਤੇ ਖੜਾ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਉੱਪਰ ਚੜਨਾ ਹੈ ਜਾਂ ਨੀਚੇ ਆਣਾ ਹੈ. If I must go up for something or have I just come down from there. ਕਿ ਮੈਂ ਉੱਪਰ ਕੁਝ ਲੈਣ ਜਾਣਾ ਹੈ ਜਾਂ ਮੈਂ ਉੱਪਰੋਂ ਹੀ ਥੱਲੇ ਆਇਆ, ਉਹ ਇਸੇ ਚੀਜ਼ 'ਚ ਕਨਫਿਊਜ਼ ਹੁੰਦਾ ਹੈ. And before the fridge, so often my poor mind is filled with doubt. Have I just put food away or have I come take some out? ਜਦੋਂ ਬਜ਼ੁਰਗ ਹੈ ਉਹ ਫ੍ਰਿਜ ਦੇ ਸਾਹਮਣੇ ਜਾ ਕੇ ਖੜਦਾ ਹੈ ਤਾਂ ਉਹ ਕਨਫਿਊਜ਼ ਹੋ ਜਾਂਦਾ ਹੈ ਕਿ ਉਹਦਾ ਦਿਮਾਗ ਵੀ ਉਹਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਮੈਂ ਕੁਝ ਲੈਣ ਆਇਆ ਸੀ ਜਾਂ ਮੈਂ ਫ੍ਰਿਜ ਦੇ ਵਿੱਚ ਕੁਝ ਰੱਖਣ ਆਇਆ ਸੀ. ਉਹਨੂੰ ਇਹ ਯਾਦ ਹੀ ਨਹੀਂ ਰਹਿੰਦਾ कि मैं कुछ लेना आया या मैं कुछ कड्डन आया. And there's time when it is dark with my nightcap on my head
I don't know if I am retiring मतलब के ਸੌਣ ਜਾਣਾ, or just getting out of bed ਕਿ ਜਦੋਂ ਹਨੇਰਾ ਹੋ ਜਾਂਦਾ ਹੈ ਤੇ ਉਹ ਨਾਈਟ ਕੈਪ ਜੋ ਇਹਨੇ ਪਾਈ ਹੋਈ ਹੈ, ਨਾਈਟ ਕੈਪ ਜੋ ਉਹ ਰਾਤੀ ਪਾ ਕੇ ਸੌਂਦਾ ਹੋਏਗਾ, ਉਹ ਜਦੋਂ ਉਹਦੇ ਹੈਡ ਤੇ ਹੁੰਦੀ ਹੈ ਉਹ ਕਨਫਿਊਜ਼ ਹੋ ਜਾਂਦਾ ਹੈ, ਆਪਣੇ ਆਪ ਤੇ ਡਾਊਟ ਕਰਨ ਲੱਗ ਜਾਂਦਾ ਹੈ, ਸ਼ੱਕ ਕਰਨ ਲੱਗ ਜਾਂਦਾ ਹੈ ਕਿ ਮੈਂ ਸੌਣ ਜਾ ਰਿਹਾ ਹਾਂ ਜਾਂ ਮੈਂ ਉੱਠ ਗਿਆ, ਬੈੱਡ ਤੋਂ ਬਾਹਰ ਆਣਾ ਹੈ। ਉਹ ਇਸ ਚੀਜ਼ 'ਚ ਕਨਫਿਊਜ਼ ਹੋ ਜਾਂਦਾ, ਉਹਨੂੰ ਯਾਦ ਹੀ ਨਹੀਂ ਰਹਿੰਦਾ। ਸੋ ਰਿਮੈਂਬਰ that I love you, ਸੋ ਯਾਦ ਰੱਖਣਾ ਕਿ ਮੈਂ ਤੁਹਾਨੂੰ ਪਿਆਰ ਕਰਦਾ, and wish that you were near, ਤੇ ਮੈਂ ਇਹੀ ਮਤਲਬ ਪ੍ਰੇ ਕਰਦਾ ਕਿ ਮੈਂ ਤੁਹਾਡੇ ਨੇੜੇ ਹੋਵਾਂ, but now it's nearly mail time, so I must say goodbye dear। ਅਗਰ ਮੰਨ ਲਓ ਕਿ ਕਦੀ ਮੇਲ ਦਾ ਟਾਈਮ ਮਤਲਬ ਚਿੱਠੀ ਲਿਖਣ ਦੀ ਵਾਰੀ ਉਹਨਾਂ ਦੀ ਹੋਵੇ ਤਾਂ ਗੁੱਸਾ ਨਹੀਂ ਕਰਨਾ, ਕਿਉਂਕਿ ਮੈਂ ਜਿਹੜਾ ਭੁੱਲ ਜਾਣਾ ਕਿ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੇਰੀ ਵਾਰੀ ਹੈ ਤੁਹਾਨੂੰ ਚਿੱਠੀ ਲਿਖਣ ਦੀ। ਇਦਾਂ ਹੁੰਦਾ ਨਾ ਕਿ ਮੰਨ ਲਓ ਮੈਂ ਤੁਹਾਨੂੰ ਚਿੱਠੀ ਲਿਖ ਰਹੀ ਹਾਂ, ਉਸ ਤੋਂ ਬਾਅਦ ਤੁਸੀਂ ਮੈਨੂੰ ਲਿਖੋਗੇ, ਫਿਰ ਮੈਂ ਉਹਦਾ ਜਵਾਬ ਦਊਂਗੀ, ਫਿਰ ਤੁਸੀਂ ਮੇਰੇ ਤੋਂ ਉਹਦਾ ਜਵਾਬ ਦੋਗੇ, ਹੈ ਨਾ। ਮਤਲਬ ਚਿੱਠੀ ਇੱਕ ਵਾਰ ਆਈ ਇੱਕ ਵਾਰ ਗਈ ਵਾਲਾ ਸਿਸਟਮ ਹੁੰਦਾ ਹੈ। ਉਹਨੂੰ ਯਾਦ ਹੀ ਨਹੀਂ ਰਹਿੰਦਾ ਹੈ ਕਿ ਮੈਂ ਚਿੱਠੀ ਲਿਖਣੀ ਹੈ ਜਾਂ ਮੇਰੀ ਵਾਰੀ ਹੈ ਜਾਂ ਨਹੀਂ ਹੈ, ਮਤਲਬ ਕਿ ਉਹ ਚਿੱਠੀ ਪੜ੍ਹ ਕੇ ਉਹਦਾ ਜਵਾਬ ਦੇਣਾ ਵੀ ਭੁੱਲ ਜਾਂਦਾ ਹੈ। ਇਸ ਕਰਕੇ ਉਹ ਜਿਹਨੂੰ ਵੀ ਇਹ ਕਹਿ ਰਹੇ ਹੈ ਉਹਨੂੰ ਕਹਿ ਰਹੇ ਕਿ ਤੂੰ ਗੁੱਸਾ ਨਾ ਕਰੀ ਕਿ ਮੈਂ ਭੁੱਲ ਜਾਣਾ, ਇਸ ਕਰਕੇ ਮੈਂ ਤੈਨੂੰ ਤੰਗ ਨਹੀਂ ਕਰਨਾ ਚਾਹੁੰਦਾ, ਬਟ ਮੈਂ ਭੁੱਲ ਜਾਣਾ। There I stand beside the mail box, ਮੇਲ ਬਾਕਸ ਹੁੰਦਾ ਹੈ ਜਿੱਦਾਂ ਕਿ ਤੁਹਾਡੇ ਘਰ ਜਿਹੜਾ ਡਾਕੀਆ ਹੈ ਉਹ ਚਿੱਠੀ ਰੱਖ ਕੇ ਜਾਏਗਾ। ਇਸ ਤਰ੍ਹਾਂ ਦਾ ਮੇਲ ਬਾਕਸ ਹੈ ਨਾ ਹਰ ਘਰ ਦੇ ਬਾਹਰ ਲੱਗਿਆ ਹੁੰਦਾ ਹੈ। ਤਕਰੀਬਨ ਤੁਸੀਂ ਦੇਖੋਗੇ ਨਾ ਕਲੋਨੀਜ਼ ਦੇ ਵਿੱਚ, ਜਿਹੜੀਆਂ ਬਹੁਤ ਅੱਛੀਆਂ ਕਲੋਨੀਆਂ ਹੁੰਦੀਆਂ, ਹਰ ਘਰ ਦੇ ਬਾਹਰ ਕੀ ਮੇਲ ਬਾਕਸ ਲੱਗੇ ਹੁੰਦੇ ਆ। ਤੇ ਇਹ ਕਹਿ ਰਹੇ ਆ there I stand beside the mail box with a face so very red, ਕਿ ਮੈਂ ਜਦੋਂ ਮੇਲ ਬਾਕਸ ਤੇ ਲਾ ਕੇ ਖੜਾ ਹੁੰਨਾ ਮੇਰਾ ਚਿਹਰਾ ਲਾਲ ਹੋ ਜਾਂਦਾ ਹੈ। instead of mailing you my letter I open it instead, ਕਿ ਮੈਂ ਤੈਨੂੰ ਚਿੱਠੀ ਭੇਜਣ ਦੀ ਜਗ੍ਹਾ ਕੀ ਕਰਦਾ, ਉਸ ਚਿੱਠੀ ਨੂੰ ਖੋਲ ਕੇ ਖੁਦ ਹੀ ਪੜ੍ਹ ਲੈਣਾ। ਕਿ ਮੈਂ ਗਿਆ ਤਾਂ ਚਿੱਠੀ ਭੇਜਣ ਸੀ, ਪਰ ਮੈਨੂੰ ਲੱਗਿਆ ਕਿ ਸ਼ਾਇਦ ਇਹ ਚਿੱਠੀ ਮੇਰੇ ਲਈ ਆਈ ਹੈ ਤੇ ਮੈਂ ਹੀ ਖੋਲ ਕੇ ਪੜ੍ਹ ਲੈਣਾ। ਇਹ ਬਜ਼ੁਰਗ ਜਿਹੜਾ ਜਿਹਨੂੰ ਵੀ ਉਹ ਆਪਣਾ ਸਮਝਦਾ ਹੈ, ਆਪਣੇ ਬੱਚੇ ਨੂੰ, ਆਪਣੇ ਫਰੈਂਡ ਨੂੰ ਜਾਂ ਕਿਸੇ ਨੂੰ ਵੀ, ਉਹ ਆਪਣੀ ਵਿਅਥਾ ਦੱਸ ਰਿਹਾ ਹੈ ਕਿ ਮੈਂ ਇਸ ਤਰ੍ਹਾਂ ਕਰਦਾ, ਅਗਰ ਮੇਰੇ ਤੋਂ ਕੁਝ ਹੋ ਜਾਂਦਾ ਤੇ ਬੁਰਾ ਨਹੀਂ ਮੰਨਣਾ। ਨੈਕਸਟ ਇੱਥੇ ਆਪਣੀ ਪੋਇਮ ਖਤਮ ਹੋ ਗਈ ਹੈ। ਨੈਕਸਟ ਆਪਣੇ ਕੋਲ ਆ ਗਿਆ ਵਰਡ ਫਰੋਮ the poem. So first is arthritis. Arthritis, a disease that causes pain and swelling in joints, ਕਿ ਜੋ ਆਪਣੇ ਬੋਡੀ ਦੇ ਜੁਆਇੰਟ ਹੁੰਦੇ ਆ ਉਹਨਾਂ 'ਚ ਪੇਨ ਹੁੰਦੀ ਹੈ, ਸਵੈਲਿੰਗ ਹੋ ਜਾਂਦੀ ਹੈ, ਚੱਲਣਾ ਮੁਸ਼ਕਿਲ ਹੋ ਜਾਂਦਾ ਹੈ, ਹੱਥ ਜਿਹੜੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ, ਇਹਨੂੰ ਕਹਿੰਦੇ ਹੱਡੀਆਂ ਦੀ ਪ੍ਰੋਬਲਮ। ਨੈਕਸਟ ਹੈ ਸਾਡੇ ਕੋਲ ਡੈਂਚਰਸ। Dentures, artificial teeth worn by someone who has no teeth, ਜਦੋਂ ਕਿਸੇ ਦੇ ਸਾਰੇ ਦੰਦ ਝੜ ਜਾਂਦੇ ਆ ਉਹਨਾਂ ਦੇ ਨਕਲੀ ਦੰਦ ਲਗਾਏ ਜਾਂਦੇ ਆ, ਉਹਨੂੰ ਕਹਿੰਦੇ dentures। Resigned, accepted something, ਕਿਸੇ ਚੀਜ਼ ਨੂੰ ਮੰਨ ਲੈਣਾ, ਸਵੀਕਾਰ ਕਰ ਲੈਣਾ, ਜਿਸ ਤਰ੍ਹਾਂ ਉਹਨੇ ਸਵੀਕਾਰ ਕਰ ਲਿਆ ਕਿ ਮੇਰੀ ਯਾਦਾਸ਼ਤ ਜਿਹੜੀ ਉਹ ਕਮਜ਼ੋਰ ਹੋ ਰਹੀ ਹੈ। ਨੈਕਸਟ ਹੈ bifocals, kind of spectacles that are used for looking at distant as well as nearby object। ਐਨਕ ਸਪੈਕਸ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਇਹੋ ਜਿਹੀ ਸਪੈਕਸ ਜਿਹੜੀ ਕਿ ਦੂਰ ਜਾਂ ਨੇੜੇ ਦੀ ਚੀਜ਼ ਨੂੰ, ਜੋ ਤੁਹਾਨੂੰ ਨਹੀਂ ਸਹੀ ਦਿਖ ਰਹੀ ਹੈ, ਕਿਸੇ ਦੀ ਅੱਖਾਂ 'ਚ ਕਿਸੇ ਨੂੰ ਦੂਰ ਦੀ ਚੀਜ਼ ਨਹੀਂ ਸਹੀ ਦਿਖਦੀ ਹੈ, ਕਿਸੇ ਨੂੰ ਨੇੜੇ ਦੀ ਚੀਜ਼ ਨਹੀਂ ਸਹੀ ਦਿਖਦੀ ਹੈ, ਇਸ ਕਰਕੇ ਉਹ ਕੀ ਲਗਾਉਂਦੇ ਆ, ਬਾਈਫੋਕਲਸ ਲਗਾਉਂਦੇ ਆ ਤਾਂ ਕਿ ਦੂਰ ਦੀ ਚੀਜ਼ ਵੀ ਸਹੀ ਦਿਖੇ ਔਰ ਨੇੜੇ ਦੀ ਚੀਜ਼ ਵੀ ਸਹੀ ਦਿਖੇ। ਨੈਕਸਟ ਹੈ ਰਿਟਾਇਰਿੰਗ, ਗੋਇੰਗ ਟੂ ਬੈਡ, ਸੌਣ ਲਈ ਜਾਣਾ। ਸੋਰ ਦਾ ਮਤਲਬ ਦੇਖੋ ਦੁਖੀ ਹੋਣਾ, ਕਿ ਉਹ ਵਿਚਾਰਾ ਬਹੁਤ ਦੁਖੀ ਸੀਗਾ, ਨਾਰਾਜ਼ ਸੀਗਾ ਆਪਣੀ ਸਿਚੁਏਸ਼ਨ ਤੋਂ, ਅਪਸੈਟ, ਨਾਰਾਜ਼ ਜਾਂ ਦੁਖੀ ਹੋਣਾ। ਇਹਦੇ ਵਿੱਚ ਇੰਨਾ ਹੀ ਸੀ। ਆਪਾਂ ਨੈਕਸਟ ਕਲਾਸ 'ਚ ਕਰਾਂਗੇ ਬੈਕ ਐਕਸਰਸਾਈਜ਼ ਆਫ ਦਿਸ ਪੋਮ, ਤੇ ਮਿਲਦੇ ਆਪਾਂ ਨੈਕਸਟ ਕਲਾਸ 'ਚ। ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ, ਬਾਏ ਬਾਏ।